ਡੀਅਰ ਸਟੂਡੈਂਟਸ, ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ। ਬੇਟਾ ਅੱਜ ਦਾ ਸਟਾਰਟ ਜਿਹੜਾ ਅਸੀਂ ਸ਼ੁਰੂ ਕਰਨਾ ਹੈ, ਅੱਜ ਦਾ ਸੈਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ ਪਰਿਮੇਯ ਸੰਖਿਆਵਾਂ ਬਾਰੇ। 8ਵੀਂ ਜਮਾਤ ਦੇ ਗਣਿਤ ਪੁਸਤਕ ਚੋਂ ਲਿਆ ਗਿਆ ਹੈ ਅਧਿਆਇ ਨੰਬਰ 1 ਪਰਿਮੇਯ ਸੰਖਿਆਵਾਂ। ਅਸੀਂ ਸੰਪੂਰਨ ਸੰਖਿਆਵਾਂ ਤੋਂ ਆਲਰੇਡੀ ਜਾਣੂ ਹੈਗੇ ਆ, ਤੇ ਚਲੋ ਹੁਣ ਜਦੋਂ ਪਰਿਮੇਯ ਸੰਖਿਆ ਪੜ੍ਹਾਂਗੇ ਅਸੀਂ ਨਾਲ ਦੀ ਨਾਲ ਜੋ ਅਸੀਂ ਸੰਪੂਰਨ ਸੰਖਿਆਵਾਂ ਬਾਰੇ ਪੜ੍ਹਿਆ ਹੈ, ਪੂਰਨ ਸੰਖਿਆਵਾਂ ਬਾਰੇ ਪੜ੍ਹਿਆ ਹੈ, ਪ੍ਰਾਕ੍ਰਿਤਿਕ ਸੰਖਿਆਵਾਂ ਬਾਰੇ ਪੜ੍ਹਿਆ ਹੈ, ਉਹਦਾ ਵੀ ਨਾਲ ਦੀ ਨਾਲ ਅਸੀਂ ਅਧਿਐਨ ਕਰਾਂਗੇ। ਉਸ ਦੀ ਰਿਵੀਜ਼ਨ ਹੋ ਜਾਏਗੀ, ਠੀਕ ਹੈ। ਉਸ ਨੂੰ ਅਸੀਂ ਰਿਕਾਲ ਕਰਦੇ ਰਹਾਂਗੇ ਨਾਲ ਦੀ ਨਾਲ, ਠੀਕ ਹੈ ਜੀ। ਸੋ ਅਸੀਂ ਜਾਣਦੇ ਹਾਂ ਕਿ ਆਮ ਜੀਵਨ ਦੇ ਵਿੱਚ ਇੱਕ ਸਮੀਕਰਨ ਬਣਿਆ ਹੋਇਆ ਹੈ, ਠੀਕ ਹੈ। ਇੱਕ ਸਮਾਜ ਜਿਹੜਾ ਆ ਉਹ ਕਿਵੇਂ ਬਣਦਾ ਹੈ? ਸਮੀਕਰਨ ਦੇ ਆਧਾਰ 'ਤੇ ਕਿ ਤੁਸੀਂ ਮੇਰੇ ਲਈ ਆਹ ਕੰਮ ਕਰਦੇ ਹੋ ਤਾਂ ਮੈਂ ਤੁਹਾਡੇ ਲਈ ਆਹ ਕੰਮ ਕਰ ਦਿੰਦਾ ਉਹਦੇ ਬਦਲੇ। ਜਦੋਂ ਅਸੀਂ ਕਿਸੇ ਦੇ ਬਦਲੇ ਕੋਈ ਕੰਮ ਕਰਕੇ ਦਿੰਦੇ ਆ ਤੇ ਦੋਨੋਂ ਪਾਸੇ ਜਿਹੜੇ ਦੋਨੋਂ ਧੜੇ ਜਿਹੜੇ ਹੈਗੇ ਆ ਉਹ ਸੰਤੁਸ਼ਟ ਹੋ ਜਾਂਦੇ ਆ, ਤਾਂ ਆਪਾਂ ਕਹਿੰਦੇ ਆ ਕਿ ਵੀ ਸਮੀਕਰਨ ਪੂਰਨ ਹੋ ਗਿਆ ਹੈ, ਮਤਲਬ ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਹੋ ਗਿਆ ਹੈ। ਤੁਸੀਂ ਦੁਕਾਨਦਾਰ ਕੋਲ ਜਾਂਦੇ ਆ 5 ਰੁਪਏ ਦਾ ਨੋਟ ਲੈ ਕੇ, ਤੁਸੀਂ ਦੁਕਾਨਦਾਰ ਨੂੰ 5 ਰੁਪਏ ਦਿੱਤੇ, ਦੁਕਾਨਦਾਰ ਨੇ ਉਹਦੇ ਏਵਜ਼ ਦੇ ਵਿੱਚ ਉਹਦੇ ਬਦਲੇ ਤੁਹਾਨੂੰ ਇੱਕ ਚਾਕਲੇਟ ਦੇ ਦਿੱਤੀ 5 ਰੁਪਏ ਵਾਲੀ। ਤੁਸੀਂ ਵੀ ਸੈਟੀਸਫਾਈ ਹੋ ਗਏ, ਦੁਕਾਨਦਾਰ ਵੀ ਸੈਟੀਸਫਾਈ ਹੋ ਗਿਆ, ਤਾਂ ਅਸੀਂ ਕਹਾਂਗੇ ਕਿ ਇਟਸ ਅ ਗੁੱਡ ਇਕੁਏਸ਼ਨ, ਸਮੀਕਰਨ ਪੂਰਨ ਹੋ ਗਈ ਹੈ। ਖੱਬਾ ਪਾਸਾ, ਜਿੱਥੇ ਤੁਸੀਂ ਖੱਬਾ ਪਾਸਾ ਕੀ ਰਿਹਾ, ਮਤਲਬ ਇਹ ਕਿ ਜਦੋਂ ਤੁਸੀਂ ਦੁਕਾਨਦਾਰ ਦੇ ਸਾਹਮਣੇ ਖੜੇ ਨਾ, ਦੁਕਾਨਦਾਰ ਵੀ ਖੁਸ਼, ਤੁਸੀਂ ਵੀ ਖੁਸ਼, ਦੋਨਾਂ ਦੀ ਤਸੱਲੀ ਹੋ ਗਈ, ਸੈਟੀਸਫੈਕਸ਼ਨ ਹੋ ਗਈ। ਇਸ ਨੂੰ ਆਪਾਂ ਕਹਿੰਦੇ ਸਮੀਕਰਨ। ਅਤੇ ਜੋ ਗਣਿਤ ਹੈਗਾ ਆ ਇਸ ਸਮੀਕਰਨਾਂ ਨੂੰ ਹੱਲ ਕਰਦਾ ਆ। ਆਮ ਜੀਵਨ ਦੇ ਵਿੱਚ ਆਉਣ ਵਾਲੀਆਂ ਜੋ ਕੋਈ ਕਠਿਨਾਈਆਂ ਆ ਉਹ ਵੀ ਸਮੀਕਰਨਾਂ ਦੇ ਨਾਲ ਹੀ ਹੱਲ ਹੁੰਦੀਆਂ ਆ। ਕੋਈ ਸਮੱਸਿਆ ਸਾਨੂੰ ਆਉਂਦੀ ਹੈ, ਉਸ ਦਾ ਹੱਲ ਜਿਹੜਾ ਆ ਉਹ ਲੱਭਿਆ ਜਾਂਦਾ ਹੈ। ਉਹਦੇ 'ਚ ਗਣਿਤ ਸਾਨੂੰ ਬਹੁਤ ਹੈਲਪ ਕਰਦਾ ਆ, ਗਣਿਤ ਦਾ ਹੀ ਯੋਗਦਾਨ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਕ ਸਿੰਪਲ ਜੀ ਆਪਾਂ ਸਮੀਕਰਨ ਲੈ ਲੈਂਦੇ ਹਾਂ, x = 2 = 8। ਮਤਲਬ ਇਹ ਕਿ ਮੈਂ ਹੁਣ x ਦਾ ਮਾਨ ਕਿੰਨਾ ਰੱਖਾਂ ਜੋ ਮੈਨੂੰ 8 ਪ੍ਰਾਪਤ ਹੋ ਜਾਵੇ, ਠੀਕ ਹੈ। ਅਸੀਂ ਫਟਾਫਟ 2 ਦੇ ਵਿੱਚ ਜੋੜ ਕੇ ਦੇਖ ਲੈਣਾ ਆ, 3 4 5 6 7 8, ਇਸ ਦਾ 6। ਮਤਲਬ x ਦਾ ਮਾਨ ਮੈਂ ਜੇ 6 ਰੱਖਿਆ ਤਾਂ ਮੇਰੇ ਕੋਲ 8 ਪ੍ਰਾਪਤ ਹੋਇਆ। ਹੁਣ ਮੈਂ ਗਿਣਤੀ ਕੀਤੀ ਹੈ ਨਾ, ਜਿਹੜੀ ਮੈਂ ਗਿਣਤੀ ਕੀਤੀ ਹੈ ਉਹ ਕੀ ਹੈ? ਪ੍ਰਾਕ੍ਰਿਤਿਕ ਸੰਖਿਆਵਾਂ। ਇਸ ਦਾ ਮਤਲਬ ਆਹ ਸਮੀਕਰਨ ਨੂੰ ਹੱਲ ਕਰਨ ਵਾਸਤੇ ਮੈਨੂੰ ਪ੍ਰਾਕ੍ਰਿਤਿਕ ਸੰਖਿਆ ਬੜੀ ਮਦਦਗਾਰ ਸਾਬਤ ਹੋਈ। ਸੋ ਪ੍ਰਾਕ੍ਰਿਤਿਕ ਸੰਖਿਆ, ਸੋ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਨਾਲ ਮੈਂ ਇਹੋ ਜਿਹੀਆਂ ਸਮੀਕਰਨਾਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ 1 2 3 4 5 6 7 8 9 ਤੱਕ ਅਸੀਂ ਲੈ ਲੈਂਦੇ ਹਾਂ ਕਿ ਸਾਡੇ ਕੋਲ ਪ੍ਰਾਕ੍ਰਿਤਿਕ ਸੰਖਿਆਵਾਂ ਸਨ। ਸ਼ੁਰੂ ਦੀ ਗੱਲ ਕਰ ਰਿਹਾ ਮੈਂ, ਇਨੀਸ਼ੀਅਲੀ ਜਦੋਂ ਕੋਈ ਹੋਰ ਸਾਡੇ ਕੋਲ ਗਰੁੱਪ ਜਿਹੜਾ ਨੰਬਰਾਂ ਦਾ ਨਹੀਂ ਸੀ ਆਇਆ, ਸਿਰਫ ਸਾਡੇ ਕੋਲ ਪ੍ਰਾਕ੍ਰਿਤਿਕ ਸੰਖਿਆ ਹੀ ਸੀਗੀਆਂ, ਤਾਂ ਉਸ ਵੇਲੇ 9 ਤੱਕ ਆਪਾਂ ਗਿਣਤੀ ਕਰਦੇ ਸੀਗੇ ਸਿਰਫ, ਠੀਕ ਹੈ। ਇੱਕ ਸਾਡੇ ਕੋਲ ਸਮੀਕਰਨ ਫੇਰ ਹੋਰ ਆ ਜਾਂਦਾ ਹੈਗਾ ਆ, x = 5 = 5। ਹੁਣ ਜੇ ਮੈਂ ਇਹਦੇ 'ਚ ਪ੍ਰਾਕ੍ਰਿਤਿਕ ਸੰਖਿਆ ਕੋਈ x ਦਾ ਮਾਨ ਮੰਨ ਲੈਣਾ ਆ, ਤਾਂ ਮੈਂ ਦੇਖਿਆ ਕਿ ਸਮੀਕਰਨ ਹੱਲ ਨਹੀਂ ਹੁੰਦਾ ਪਿਆ, ਖੱਬਾ ਪਾਸਾ ਸੱਜੇ ਪਾਸੇ ਬਰਾਬਰ ਨਹੀਂ ਹੋ ਰਿਹਾ। ਤੁਸੀਂ ਆਪਾਂ ਦੇਖੋ, ਹਿਡਨ ਟਰਾਈ ਕਰਕੇ ਦੇਖ ਲੈਂਦੇ ਹਾਂ। ਜੇ ਮੈਂ x ਨੂੰ 1 ਮੰਨ ਲੈਣਾ ਆ, ਇਹ ਬਣ ਜਾਂਦਾ 1 = 5 6। ਇੱਥੇ ਕੀ ਆ? ਸੱਜੇ ਹੱਥ 5। ਜੇ 2 ਮੰਨ ਲੈਣਾ 7 ਬਣਦਾ ਆ। ਤਾਂ ਇਸ ਪ੍ਰਕਾਰ ਇਹ ਸਮੀਕਰਨ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਵੱਸਦੀ ਨਹੀਂ, ਇਸ ਨੂੰ ਹੱਲ ਕਰਨਾ ਸਾਨੂੰ ਫਿਰ ਲੋੜ ਪਈ 0 ਦੀ। ਜੇ ਮੈਂ ਤਾਂ 0 ਲਾ ਦਿੰਦਾ ਆ, ਫਿਰ ਮੈਂ ਦੇਖਦਾ ਵੀ ਇਹ ਜਿਹੜਾ ਸਮੀਕਰਨ ਹੈ ਇਹ ਪੂਰਨ ਹੋ ਗਿਆ ਆ। ਇਹ ਸਮੀਕਰਨ ਜਿਹੜਾ ਆ ਇਹ ਸੈਟੀਸਫਾਈ, ਜਿਹੜਾ ਇਕੁਏਸ਼ਨ ਸੈਟੀਸਫਾਈ ਹੋ ਗਈ ਹੈਗੀ ਆ, ਸੰਤੁਸ਼ਟ ਹੋ ਗਈ ਆ। ਹੁਣ 0 ਜਿਹੜੀ ਹੈ ਫਿਰ ਹੋਂਦ ਵਿੱਚ ਆਈ, 0 ਆ ਗਈ ਨਾ ਹੋਂਦ ਵਿੱਚ, ਸਾਨੂੰ ਫਿਰ 0 ਦੀ ਲੋੜ ਪਈ। ਹੁਣ 0 ਪ੍ਰਾਕ੍ਰਿਤਿਕ ਸੰਖਿਆਵਾਂ ਦੇ ਗਰੁੱਪ ਦੇ ਵਿੱਚ ਸ਼ਾਮਿਲ ਹੋ ਗਈ। ਹੁਣ ਅਸੀਂ ਕੀ ਦੇਖਦੇ ਹਾਂ ਕਿ ਪਹਿਲਾਂ ਅਸੀਂ 9 ਤੱਕ ਟਿਕੇ ਹੋਏ ਸੀਗੇ, 9 ਤੱਕ ਕੀ ਕਰਦੇ ਸੀ ਨਾ। ਹੁਣ 0 ਆਉਣ ਦੇ ਨਾਲ ਕੀ ਹੈਗੇ, ਸੰਖਿਆਵਾਂ ਅੱਗੇ ਵੱਧ ਗਈਆਂ। 9 ਤੋਂ ਬਾਅਦ ਫਿਰ ਇੱਕ ਦੇ ਅੱਗੇ ਆ ਗਈ 10 10 11 12 13 14 15 16 17 18 19 20, 2 ਤੋਂ ਬਾਅਦ ਫਿਰ 0। ਤਾਂ 0 ਜਿਹੜੀ ਹੈਗੀ ਆ ਉਸਨੇ ਇਹ ਸੰਖਿਆਵਾਂ ਨੂੰ ਪੂਰਨ ਕਰਤਾ, ਠੀਕ ਹੈ। ਕੋਈ ਵੀ ਆਪਾਂ ਸੰਖਿਆ ਦੇਖ ਲਈਏ, ਹੁਣ ਭਾਵੇਂ ਅਸੀਂ ਕਰੋੜ ਦੀ ਸੰਖਿਆ ਸੋਚ ਲਈਏ, ਭਾਵੇਂ ਅਸੀਂ 2 ਅੰਕਾਂ ਦੀ ਸੰਖਿਆ ਸੋਚ ਲਈਏ,
ਸਾਰਿਆਂ ਦੇ ਵਿੱਚ ਜ਼ੀਰੋ ਦਾ ਯੋਗਦਾਨ ਹੈ। ਬਿਨਾਂ ਜ਼ੀਰੋ ਦੇ ਸੰਖਿਆਵਾਂ 9 ਤੋਂ ਅੱਗੇ ਨਹੀਂ ਸੀ ਵੱਧ ਸਕਦੀਆਂ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਜ਼ੀਰੋ ਨੇ ਸੰਖਿਆਵਾਂ ਨੂੰ ਪੂਰਨ ਕਰ ਦਿੱਤਾ। ਇਸ ਪ੍ਰਕਾਰ ਅਸੀਂ ਕਹਾਂਗੇ ਕਿ ਪੂਰਨ ਸੰਖਿਆਵਾਂ ਕਿਹੜੀਆਂ ਹੋਈਆਂ? ਉਹ ਸਾਰੀ ਸੰਖਿਆਵਾਂ ਪ੍ਰਾਕ੍ਰਿਤਿਕ, ਤੇ ਜ਼ੀਰੋ ਵੀ ਅਸੀਂ ਉਸ ਟੋਲੇ ਦੇ ਨਾਲ ਜੋੜ ਲਾਤਾ ਹੀ, ਤਾਂ ਇਹ ਬਣ ਗਈਆਂ ਸਾਡੇ ਕੋਲ ਪੂਰਨ ਸੰਖਿਆਵਾਂ। 0 1 2 3 4। ਸੋ ਪ੍ਰਾਕ੍ਰਿਤਿਕ ਸੰਖਿਆਵਾਂ, ਪੂਰਨ ਸੰਖਿਆਵਾਂ। ਇੱਕ ਆਪਾਂ ਹੋਰ ਸਮੀਕਰਨ ਲੈਣੇ ਹੈਗੇ ਆ, ਉਸ ਵਿੱਚ ਅਸੀਂ ਇਸ ਨੂੰ ਲਿਖਣਾ x ਜਮਾ 16 ਬਰਾਬਰੇ 8। ਹੁਣ ਜੇ ਮੈਂ ਕੋਈ ਵੀ ਪੂਰਨ ਸੰਖਿਆ ਲੈਣਾ ਆ, ਪੂਰਨ ਸੰਖਿਆਵਾਂ ਮੇਰੇ ਕੋਲ ਹੈਗੀਆਂ 0 ਤੋਂ ਲੈ ਕੇ ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਤੱਕ, ਤਾਂ ਮੈਂ ਦੇਖਿਆ ਕਿ ਵੀ ਕੋਈ ਵੀ ਪੂਰਨ ਸੰਖਿਆ ਜਿਹੜੀ ਆ ਉਹ ਇਸ ਨੂੰ ਹੱਲ ਨਹੀਂ ਕਰ ਪਾ ਰਹੀ। ਕੋਈ ਵੀ ਪੂਰਨ ਸੰਖਿਆ ਇਸ ਨੂੰ ਹੱਲ ਨਹੀਂ ਕਰ ਪਾ ਰਹੀ ਹੈਗੀ ਆ। ਫਿਰ ਸਾਨੂੰ ਕਿਸ ਚੀਜ਼ ਦੀ ਲੋੜ ਪਈ? ਜੇ ਮੈਂ x ਦੇ ਵਿੱਚ ਮਤਲਬ 16 ਵਿੱਚੋਂ ਜੇ ਮੈਂ 8 ਘਟਾ ਦਿੰਦਾ ਆ, 8 ਘਟਾਉਣ ਵਾਸਤੇ -8 ਕਰੂੰਗਾ ਨਾ, -8 ਜਮਾ 16, ਤਾਂ ਆਪਣੇ ਕੋਲ 8 ਬਣਦਾ ਆ। ਇਸ ਦਾ ਮਤਲਬ x ਦਾ ਮਾਨ ਮੈਨੂੰ -8 ਰੱਖਣਾ ਪਿਆ, ਲੇਕਿਨ -8 ਤਾਂ ਸੰਖਿਆਵਾਂ ਦੇ ਸਮੂਹ 'ਚ ਕਿਤੇ ਵੀ ਹੈ ਨਹੀਂ। ਇਸ ਲਈ ਸਾਨੂੰ ਫਿਰ ਰਿਣਾਤਮਕ ਸੰਖਿਆਵਾਂ ਜਿਹੜੀਆਂ ਆ ਉਹ ਉਹਨਾਂ ਪੂਰਨ ਸੰਖਿਆਵਾਂ ਦੇ ਗਰੁੱਪ ਦੇ ਵਿੱਚ ਇਹ ਵੀ ਸ਼ਾਮਲ ਕਰਨੀਆਂ ਪਈਆਂ। ਇਸ ਲਈ ਆਪਾਂ ਕਹਿ ਸਕਦੇ ਹਾਂ ਹੁਣ ਜਦੋਂ ਸ਼ਾਮਲ ਹੋ ਗਈਆਂ, ਇਹ ਬਣ ਗਈਆਂ ਸਾਡੇ ਕੋਲ ਸੰਪੂਰਨ ਸੰਖਿਆਵਾਂ। ਹੁਣ ਕਹਿੰਦੇ ਵੀ ਅਸੀਂ ਸੰਖਿਆਵਾਂ ਸੰਪੂਰਨ ਹੋ ਗਈਆਂ। ਸੰਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ ਕਿਹੜੀਆਂ ਹੋਈਆਂ? ਸਾਰੀਆਂ ਰਿਣਾਤਮਕ, ਸਾਰੀਆਂ ਰਿਣਾਤਮਕ ਅਤੇ ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਤਾਂ ਆਹ ਹੁਣ ਸਾਰਾ ਸਮੂਹ ਜਿਹੜਾ ਆ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ? ਸੰਪੂਰਨ ਸੰਖਿਆਵਾਂ ਨੂੰ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇੰਟੀਜਰਸ ਕਹਿੰਦੇ ਆ, ਆਈ। ਸੋ ਆਈ ਕੀ ਹੋਇਆ? ਆਈ ਕੀ ਹੋਇਆ? ਨੈਗੇਟਿਵ ਨੰਬਰਸ। ਇੰਟੀਜਰਸ ਹੋਏ ਨੈਗੇਟਿਵ ਨੰਬਰਸ ਅਤੇ ਹੋਲ ਨੰਬਰਸ। ਜਿਹੜੇ ਪੂਰਨ ਸੰਖਿਆਵਾਂ ਨੇ ਇਸ ਨੂੰ ਅਸੀਂ ਹੋਲ ਨੰਬਰਸ ਕਹਿੰਦੇ ਆ, W ਦੇ ਨਾਲ ਆਪਾਂ ਇਸ ਨੂੰ ਡਿਨੋਟ ਕਰਦੇ ਹਾਂ। ਪ੍ਰਾਕ੍ਰਿਤਿਕ ਸੰਖਿਆ ਨੂੰ ਨੈਚੁਰਲ ਨੰਬਰਸ ਕਹਿੰਦੇ ਆ, N ਦੇ ਨਾਲ, ਠੀਕ ਹੈ। ਇਹ I ਦੇ ਨਾਲ ਇੰਟੀਜਰਸ, ਇੰਟੀਜਰਸ ਯਾਦ ਰੱਖਣਾ ਸੀ। ਅੱਗੇ ਅਸੀਂ ਇਸ ਨੂੰ ਇੰਗਲਿਸ਼ ਦੇ ਵਿੱਚ ਹੀ ਗੱਲ ਕਰਾਂਗੇ, ਆਪਾਂ ਇੰਗਲਿਸ਼ ਦੇ ਵਰਡਸ ਹੀ ਯੂਜ਼ ਕਰਨੇ ਹੈਗੇ ਆ, ਰਾਈਟ। ਇਸ ਤੋਂ ਬਾਅਦ ਅਸੀਂ ਇੱਕ ਹੋਰ ਸਮੀਕਰਨ ਲੈ ਲੈਣੇ ਹੈਗੇ ਆ, 5x ਬਰਾਬਰ 7। ਕੀ ਹੁਣ ਮੇਰੇ ਕੋਲ ਜੋ ਸੰਪੂਰਨ ਸੰਖਿਆਵਾਂ ਨੇ, ਕੀ ਇੰਟੀਜਰਸ ਜਿਹੜੀਆਂ ਹੈਗੀਆਂ ਆ ਉਹ ਇਸ ਸਮੀਕਰਨ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਹਨ? ਆਪਾਂ ਇਹ ਚੈੱਕ ਕਰਨਾ ਆ। ਅਸੀਂ ਚੈੱਕ ਕਰਦੇ ਹਾਂ ਤਾਂ ਵੈਰੀਫਾਈ ਕਰਕੇ ਦੇਖ ਲਈਏ। ਓਕੇ, ਪਹਿਲਾਂ ਕੋਈ ਰਿਣਾਤਮਕ ਸੰਖਿਆ ਅਸੀਂ ਲਗਾ ਲੈਂਦੇ ਹਾਂ। 5 ਗੁਣਾ -2 ਕਰਕੇ ਦੇਖ ਲਓ। ਇੱਥੇ ਆਇਆ -10 ਜੋ ਕਿ 7 ਦੇ ਬਰਾਬਰ ਨਹੀਂ ਹੈ, ਠੀਕ ਹੈ। 0 ਲਗਾਉਂਦੇ ਤਾਂ 5 ਗੁਣਾ 0 0 ਰਹਿ ਗਿਆ। ਕੋਈ ਹੋਰ ਪ੍ਰਾਕ੍ਰਿਤਿਕ ਸੰਖਿਆ ਲਗਾਉਂਦੇ ਆ, 5 ਲਗਾਉਂਦੇ, 3 ਲਗਾਉਂਦੇ, 2 ਲਗਾ ਲਏ, ਕੋਈ ਵੀ ਲਗਾ ਕੇ ਦੇਖ ਲਓ ਬਈ ਸੱਜੇ ਹੱਥ ਦੇ ਬਰਾਬਰ ਨਹੀਂ ਆ ਰਿਹਾ, ਖੱਬਾ ਹੱਥ ਸੱਜੇ ਹੱਥ ਦੇ ਬਰਾਬਰ ਨਹੀਂ ਆ ਰਿਹਾ, ਸਮੀਕਰਨ ਨਹੀਂ ਬਣਦੀ ਪਈ ਕਿਸੇ ਵੀ ਤਰੀਕੇ ਨਾਲ, ਠੀਕ ਹੈ। ਇਸ ਕਰਕੇ ਸਾਨੂੰ ਹੁਣ x ਲਈ ਕੁਝ ਹੋਰ ਹੀ ਨੰਬਰ ਸੋਚਣਾ ਪੈਣਾ ਆ, ਠੀਕ ਹੈ। ਉਹ ਨੰਬਰ ਕੀ ਹੋ ਸਕਦਾ ਆ? ਉਹ ਨੰਬਰ ਸਾਡੇ ਕੋਲ ਹੋ ਸਕਦਾ ਆ 7/5। ਜਿਵੇਂ ਹੁਣ 5 ਗੁਣਾ 7/5 ਕਰਦਾ ਆ, ਮੈਂ ਦੇਖਦਾ ਹਾਂ ਕਿ ਮੇਰੇ ਕੋਲ ਉੱਤਰ ਆ ਜਾਂਦਾ ਆ 7, ਜੋ ਕਿ ਸੱਜਾ ਪਾਸਾ ਹੈ। ਤਾਂ ਇਸ ਪ੍ਰਕਾਰ ਇੱਕ ਹੋਰ ਸੰਖਿਆਵਾਂ ਦਾ ਸਮੂਹ ਜਿਹੜਾ ਹੈਗਾ ਆ ਉਹ ਹੋਂਦ ਵਿੱਚ ਆਇਆ, ਜਿਹਨੂੰ ਅਸੀਂ ਕਹਿੰਦੇ ਆ ਪਰਿਮੇਯ ਸੰਖਿਆਵਾਂ। ਪਰਿਮੇਯ ਸੰਖਿਆਵਾਂ ਯਾਨੀ ਕਿ ਜਿੱਦਾਂ ਹੁਣ 7/5 ਹੈ ਨਾ, 7/5 ਕੀ ਹੈ? ਇਹ ਪਰਿਮੇਯ ਸੰਖਿਆ ਹੈ। ਇਹ ਬਟੇ ਦੇ ਰੂਪ ਵਿੱਚ ਹੈ, ਜਿਵੇਂ ਆਪਾਂ ਰੈਸ਼ਨਲ ਨੰਬਰਸ ਕਹਿੰਦੇ ਆ। ਪਰਿਮੇਯ ਸੰਖਿਆ ਇਹ ਸਾਡੇ ਕੋਲ ਰੈਸ਼ਨਲ ਨੰਬਰ ਆ, ਠੀਕ ਹੈ। ਇਹਨੂੰ ਅਸੀਂ ਫ੍ਰੈਕਸ਼ਨ ਵੀ ਕਹਿ ਦਿੰਦੇ ਆ। ਤਾਂ ਆਪਾਂ ਕਹਿ ਸਕਦੇ ਹਾਂ ਉਹ ਸੰਖਿਆਵਾਂ ਜੋ P/Q ਦੇ ਰੂਪ ਵਿੱਚ ਹਨ, ਅੰਸ਼ ਬਟਾ ਹਰ ਦੇ ਰੂਪ ਵਿੱਚ। ਬਟ ਐਟ ਦਾ ਸੇਮ ਟਾਈਮ Q ਜਿਹੜਾ ਆ ਉਹ ਕੋਈ ਵੀ ਸੰਪੂਰਨ ਸੰਖਿਆ ਹੋ ਸਕਦਾ ਹੈ, ਬਟ 0 ਨਹੀਂ ਹੋ ਸਕਦਾ। ਉਹ 0 ਨਹੀਂ ਹੋ ਸਕਦਾ, ਠੀਕ ਹੈ ਜੀ। ਇਸ ਤੋਂ ਸਾਡੇ ਕੋਲ ਪਰਿਮੇਯ ਸੰਖਿਆਵਾਂ ਹੋਂਦ ਵਿੱਚ ਆਈਆਂ। ਸੋ ਪਰਿਮੇਯ ਸੰਖਿਆਵਾਂ ਕੀ ਨੇ? ਉਹ ਸੰਖਿਆਵਾਂ ਜੋ P/Q ਦੇ ਰੂਪ ਵਿੱਚ ਲਿਖੀਆਂ ਜਾ ਸਕਦੀਆਂ ਹਨ ਅਤੇ ਜਿੱਥੇ Q ਜਿਹੜਾ ਹੈ ਉਹ 0 ਦੇ ਬਰਾਬਰ ਨਹੀਂ ਹੋ ਸਕਦਾ।
ਇਹੋ ਜਿਹੀ ਸੰਖਿਆਵਾਂ ਨੂੰ ਅਸੀਂ ਪਰਿਮੇਯ ਸੰਖਿਆਵਾਂ ਕਹਿੰਦੇ ਹਾਂ। ਤੇ ਹੁਣ ਸਾਡੀ ਭੂਮਿਕਾ ਜਿਹੜੀ ਹੈ ਪਰਿਮੇਯ ਸੰਖਿਆਵਾਂ ਬਾਰੇ ਤੁਹਾਨੂੰ ਸਮਝ ਆ ਗਈ ਹੋਣੀ ਕਿ ਪਰਿਮੇਯ ਸੰਖਿਆਵਾਂ ਕੀ ਹੁੰਦੀਆਂ ਹਨ, ਤੇ ਉਹਦੇ ਨਾਲ ਸੰਬੰਧਿਤ ਕੁਝ ਅਸੀਂ ਹੁਣ ਗੁਣ ਪੜ੍ਹਾਂਗੇ, ਪ੍ਰੋਪਰਟੀਜ਼ ਦੀ ਗੱਲ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਉਹਦੀ ਯੋਗਤਾ ਬਾਰੇ ਗੱਲ ਕਰਾਂਗੇ। ਅਸੀਂ ਬੇਟਾ ਦੇਖੋ ਇੱਕ ਬੰਦ ਯੋਗਤਾ ਹੈ ਕਲੋਜ਼ਰ ਪ੍ਰੋਪਰਟੀ, ਜੋ ਅਸੀਂ ਪ੍ਰਾਕ੍ਰਿਤਿਕ ਸੰਖਿਆਵਾਂ ਬਾਰੇ ਵੀ ਪੜ੍ਹੀ ਸੀਗੀ ਆਪਣੀ ਜੂਨੀਅਰ ਕਲਾਸਿਸ ਦੇ ਵਿੱਚ, ਤੇ ਪੂਰਨ ਸੰਖਿਆਵਾਂ ਬਾਰੇ ਵੀ ਪੜ੍ਹੀ ਸੀ, ਸੰਪੂਰਨ ਸੰਖਿਆਵਾਂ ਬਾਰੇ ਵੀ ਪੜ੍ਹੀ ਸੀ। ਹੁਣ ਉਹੀ ਕਲੋਜ਼ਰ ਪ੍ਰੋਪਰਟੀ ਅਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰਿਮੇਯ ਸੰਖਿਆਵਾਂ ਦੇ ਸੰਬੰਧ ਵਿੱਚ। ਕਲੋਜ਼ਰ ਬੰਦ, ਇਹ ਹੈ ਕੀ ਹੈ ਕਲੋਜ਼ਰ ਪ੍ਰੋਪਰਟੀ? ਕਲੋਜ਼ਰ ਪ੍ਰੋਪਰਟੀ ਇਹ ਹੈ ਕਿ ਜਿਵੇਂ ਆਪਾਂ ਪ੍ਰਾਕ੍ਰਿਤਿਕ ਸੰਖਿਆ ਦੀ ਗੱਲ ਕਰੀਏ ਕਿ ਜਦੋਂ ਦੋ ਪ੍ਰਾਕ੍ਰਿਤਿਕ ਸੰਖਿਆਵਾਂ ਨੂੰ ਜੋੜਿਆ ਜਾਂਦਾ ਹੈ ਤਾਂ ਉੱਤਰ ਵੀ ਪ੍ਰਾਕ੍ਰਿਤਿਕ ਸੰਖਿਆ ਹੀ ਆਉਂਦਾ ਹੈ। ਇਸੇ ਤਰੀਕੇ ਨਾਲ ਜਦੋਂ ਦੋ ਪੂਰਨ ਸੰਖਿਆਵਾਂ ਨੂੰ ਜੋੜਿਆ ਜਾਂਦਾ ਹੈ ਤਾਂ ਉੱਤਰ ਵੀ ਪੂਰਨ ਸੰਖਿਆ ਆਉਂਦਾ ਹੈ। ਫਿਰ ਆਪਾਂ ਕਹਿੰਦੇ ਹਾਂ ਕਿ ਜਿਹੜੀਆਂ ਆਪਣਾ ਕੁਦਰਤੀ ਸੰਖਿਆਵਾਂ ਜਾਂ ਪ੍ਰਾਕ੍ਰਿਤਿਕ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹਨ, ਠੀਕ ਹੈ ਜੀ। ਹੁਣ ਸੇਮ ਪ੍ਰੋਪਰਟੀ ਅਸੀਂ ਡਿਸਕਸ ਕਰਾਂਗੇ ਪਰਿਮੇਯ ਸੰਖਿਆਵਾਂ ਦੇ ਕਿ ਜੋੜ ਦੇ ਅੰਤਰਗਤ ਪਰਿਮੇਯ ਸੰਖਿਆਵਾਂ ਬੰਦ ਹਨ। ਮਤਲਬ ਕਿ ਜੇ ਦੋ ਮੈਂ ਪਰਿਮੇਯ ਸੰਖਿਆਵਾਂ ਨੂੰ ਜੋੜੂੰਗਾ ਤਾਂ ਉੱਤਰ ਮੇਰੇ ਕੋਲ ਪਰਿਮੇਯ ਸੰਖਿਆ ਵੀ ਆਏਗਾ। ਇਹ ਆਪਾਂ ਕਰਕੇ ਦੇਖ ਲੈਂਦੇ ਹਾਂ। ਦੋ ਪਰਿਮੇਯ ਸੰਖਿਆ ਕੋਈ ਲੈ ਲੈਂਦੇ ਆਪਾਂ, ਤਿੰਨ ਸੌਖੀ ਜਿਹੀ ਲੈ ਲੈਂਦੇ, 3/5 ਜਮਾ 2 1/5 ਲੈ ਲਓ। ਹੋਰ ਇਹਨਾਂ ਦੋਨਾਂ ਨੂੰ ਜੋੜਦੇ ਹਾਂ ਤਾਂ 3 ਜਮਾ 1 ਬਰਾਬਰ 5, ਉੱਤਰ ਆਇਆ 4/5 ਪੀ ਬਟਾ ਕਿਊ ਦੀ ਫਾਰਮ 'ਚ। ਜਦੋਂ ਪੀ ਬਟਾ ਕਿਊ ਦੀ ਸ਼ਕਲ ਦੇ ਵਿੱਚ ਹੈਗਾ ਆ, ਅੰਸ਼ ਬਟਾ ਹਰ ਹੈ, ਇਟ ਮੀਨਸ ਇਹ ਪਰਿਮੇਯ ਸੰਖਿਆ ਹੈ। ਸਟੇਟ ਅਵੇ ਅਸੀਂ ਕਹਿ ਸਕਦੇ ਪਰਿਮੇਯ ਸੰਖਿਆ ਇਹ ਹੈ। ਹੁਣ ਅਸੀਂ ਗੱਲ ਕਰਦੇ ਘਟਾਓ ਦੀ। ਸੋ ਹਾਂ, ਇਹਨੂੰ ਤੁਸੀਂ ਉੱਤਰ ਲਿਖੋਗੇ ਕਿ ਪਰਿਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹਨ। ਪਰਿਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹਨ। ਜੋੜ ਦੇ ਅੰਤਰਗਤ ਬੰਦ ਹਨ। ਹੁਣ ਅਸੀਂ ਗੱਲ ਕਰਦੇ ਹਾਂ ਘਟਾਓ ਲਈ ਕਿ ਘਟਾਓ ਦੇ ਅੰਤਰਗਤ ਵੀ ਪਰਿਮੇਯ ਸੰਖਿਆਵਾਂ ਬੰਦ ਹਨ। ਇਹੀ ਐਗਜ਼ਾਮਪਲ ਅਸੀਂ ਘਟਾਓ ਲਈ ਯੂਜ਼ ਕਰ ਲੈਂਦੇ ਹਾਂ। 3/5 ਮਤਲਬ ਉਹੀ ਪਰਿਮੇਯ ਸੰਖਿਆਵਾਂ ਨੂੰ ਅਸੀਂ ਘਟਾਓ ਵਿੱਚ ਯੂਜ਼ ਕਰ ਲੈਂਦੇ ਹਾਂ। 1/5 ਇਹ ਹੈਗਾ 3 - 1/5 ਮਤਲਬ 2/5। ਇਹ ਵੀ ਪਰਿਮੇਯ ਸੰਖਿਆ ਹੈ ਪੀ ਬਟਾ ਕਿਊ ਦੀ ਫਾਰਮ 'ਚ। ਕਿਊ 0 ਦੇ ਬਰਾਬਰ ਨਹੀਂ ਹੈ, ਸਾਡੀ ਦੋਨੋਂ ਕੰਡੀਸ਼ਨਸ ਪੂਰੀਆਂ ਹੁੰਦੀਆਂ ਆ, ਇਸ ਕਰਕੇ ਘਟਾਓ ਦੇ ਅੰਤਰਗਤ ਪਰਿਮੇਯ ਸੰਖਿਆਵਾਂ ਬੰਦ ਹਨ। ਅਗਲਾ ਸਵਾਲ ਹੈਗਾ ਆਪਣੇ ਕੋਲ, ਅਗਲਾ ਗੁਣ ਹੈਗਾ ਆ ਗੁਣਾ ਦਾ। ਜਦੋਂ ਅਸੀਂ ਦੋ ਪਰਿਮੇਯ ਸੰਖਿਆਵਾਂ ਦੀ ਗੁਣਾ ਕਰੀਏ, ਦੋ ਪਰਿਮੇਯ ਸੰਖਿਆਵਾਂ ਦੀ ਗੁਣਾ ਕਰੀਏ ਤਾਂ ਸਾਡੇ ਕੋਲ ਕੀ ਆਉਂਦਾ ਹੈ? ਮੰਨ ਲਓ 4/5 ਗੁਣਾ 2/3, 4 ਦੂਣੀ 8, 8/15 ਪੀ ਬਟਾ ਕਿਊ ਦੀ ਫਾਰਮ ਵਿੱਚ ਹੈ। ਕਿਊ ਜਿਹੜਾ ਆ ਦੇਖੋ ਪੀ ਆ ਪੀ ਹੈ ਨਾ, ਆ ਕਿਊ ਆ, ਤੇ ਕਿਊ ਜਿਹੜਾ ਆ ਉਹ 0 ਦੇ ਬਰਾਬਰ ਨਹੀਂ ਹੈ, 15 ਦੇ ਬਰਾਬਰ ਹੈ, ਇਸ ਲਈ ਇਹ ਇੱਕ ਪਰਿਮੇਯ ਸੰਖਿਆ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਦੋ ਪਰਿਮੇਯ ਸੰਖਿਆਵਾਂ ਦੀ ਗੁਣਾ ਕਰੀਏ ਤਾਂ ਉੱਤਰ ਪਰਿਮੇਯ ਸੰਖਿਆ ਹੀ ਆਉਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਰਿਮੇਯ ਸੰਖਿਆਵਾਂ ਗੁਣਾ ਦੇ ਅੰਤਰਗਤ ਬੰਦ ਹਨ। ਗੁਣਾ ਦੇ ਅੰਤਰਗਤ ਬੰਦ ਹਨ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਭਾਗ ਦੀ। ਮੰਨ ਲਓ ਭਾਗ ਅਸੀਂ ਕਰਦੇ ਹੈਗੇ ਹਾਂ 4/7 ਨੂੰ ਭਾਗ ਕਰਦੇ ਹਾਂ 3/8 ਨਾਲ। ਸਾਡੇ ਕੋਲ ਕੀ ਉੱਤਰ ਆਏਗਾ ਜਦੋਂ ਅਸੀਂ ਇਸ ਨੂੰ ਭਾਗ ਕਰਨਾ ਹੈਗਾ ਆ? 4/7 ਗੁਣਾ 8/3। ਅਸੀਂ ਅੰਸ਼ ਨੂੰ ਹਰ ਅਤੇ ਹਰ ਨੂੰ ਅੰਸ਼ ਬਦਲ ਦਿੰਦੇ ਨਾ, ਅਸੀਂ ਪਹਿਲਾਂ ਗੁਣਾ ਵਿੱਚ ਅਸੀਂ ਬਦਲਦੇ ਹਾਂ ਭਾਗ ਨੂੰ, ਤਾਂ ਆਪਣੇ ਕੋਲ ਆ ਗਿਆ ਇਹ 3/8 ਆ, 8/3, ਠੀਕ ਆ। ਇਹ ਆਪਣੇ ਕੋਲ ਆ ਗਿਆ 32/21, ਜਿਹੜੀ ਕਿ ਇੱਕ ਪਰਿਮੇਯ ਸੰਖਿਆ ਹੈ, ਜਿਹੜੀ ਕਿ ਇੱਕ ਪਰਿਮੇਯ ਸੰਖਿਆ ਹੈ। ਬਟ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਕਿ
ਜਿਹੜਾ ਆਪਣਾ ਪੀ ਜਾਂ ਕਿਊ ਦੇ ਵਿੱਚੋਂ ਜ਼ੀਰੋ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਭਾਗ ਕਰਨੀ। ਕਿਉਂ? ਜੇ ਮੰਨ ਲਓ 4/7 ਭਾਗ 0/1 ਹੋਵੇ, ਇਹਨੂੰ ਅਸੀਂ ਕਿਵੇਂ ਲਿਖਾਂਗੇ ਵੀ 4/7 ਗੁਣਾ 1/0 ਹੋ ਜਾਏਗਾ, ਠੀਕ ਹੈ ਨਾ। ਫਿਰ ਇਹ ਅਸੀਂ ਕਹਿ ਸਕਦੇ ਹਾਂ ਕਿ ਭਾਗ ਦੇ ਅੰਤਰਗਤ ਬੰਦ ਨਹੀਂ ਹੈ, ਲੇਕਿਨ ਉਹ ਕੰਡੀਸ਼ਨ ਆਪਾਂ ਨੇ ਨਹੀਂ ਲੈ ਕੇ ਆਣੀ। ਇਹ ਧਿਆਨ ਰੱਖਣਾ ਹੈ ਕਿ ਇਹਨਾਂ ਵਿੱਚੋਂ ਜਿਹੜਾ ਕਿਊ ਹੈਗਾ ਆ ਪੀ ਜਾਂ ਕਿਊ ਦੇ ਵਿੱਚ ਜ਼ੀਰੋ ਨਹੀਂ ਹੋਣਾ ਚਾਹੀਦਾ, ਅਦਰਵਾਈਜ਼ ਭਾਗ ਦੇ ਅੰਤਰਗਤ ਪਰਿਮੇਯ ਸੰਖਿਆਵਾਂ ਬੰਦ ਹਨ। ਸੋ ਆਪਾਂ ਕਹਿ ਸਕਦੇ ਹਾਂ ਕਿ ਪਰਿਮੇਯ ਸੰਖਿਆਵਾਂ ਜੋੜ, ਘਟਾਓ, ਗੁਣਾ, ਭਾਗ ਸਾਰਿਆਂ ਦੇ ਅੰਤਰਗਤ ਇਹ ਬੰਦ ਹਨ, ਠੀਕ ਹੈ। ਹਾਂਜੀ ਬੇਟਾ, ਹੁਣ ਰੈਸ਼ਨਲ ਨੰਬਰਸ ਦੀ ਪ੍ਰੋਪਰਟੀ ਦੀ ਕੰਟੀਨਿਊਟੀ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਪਰਿਮੇਯ ਸੰਖਿਆਵਾਂ ਦੇ ਯੋਗਤਾਵਾਂ ਬਾਰੇ ਪੜ੍ਹਾਂਗੇ। ਸਾਡੇ ਕੋਲ ਕਿਹੜੀ ਯੋਗਤਾਵਾਂ ਹੈਗੀਆਂ ਆ? ਪਹਿਲੀ ਕਮਿਊਟੇਟਿਵ ਪ੍ਰੋਪਰਟੀ, ਕਮਿਊਟੇਟਿਵ ਪ੍ਰੋਪਰਟੀ ਜਿਸ ਨੂੰ ਅਸੀਂ ਕਹਿੰਦੇ ਹੈਗੇ ਕ੍ਰਮ ਵਟਾਂਦਰਾ ਯੋਗਤਾ। ਕ੍ਰਮ ਵਟਾਂਦਰਾ ਯੋਗਤਾ। ਸੋ ਕਮਿਊਟੇਟਿਵ ਪ੍ਰੋਪਰਟੀ ਬੇਟਾ ਕਮਿਊਟ ਤੋਂ ਬਣੀ ਹੈ, ਕਮਿਊਟੇਟਿਵ ਵਰਡ ਬਣਿਆ ਹੈ। ਕਮਿਊਟ ਦਾ ਮਤਲਬ ਹੁੰਦਾ ਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਚਲੇ ਜਾਣਾ, ਠੀਕ ਹੈ। ਜਿਵੇਂ ਅਸੀਂ ਗੱਲ ਕਰੀਏ ਕਿ A ਜਮਾ B ਬਰਾਬਰ B ਜਮਾ A, ਠੀਕ ਹੈ। ਜਿਵੇਂ ਅਸੀਂ ਗੱਲ ਕਰੀਏ, ਤੁਸੀਂ ਮਾਰਨਿੰਗ ਅਸੈਂਬਲੀ ਦੇ ਵਿੱਚ ਗਰਲਸ ਅਤੇ ਬॉयज़ ਦੀ ਅਲੱਗ-ਅਲੱਗ ਕਤਾਰਾਂ ਬਣਦੀਆਂ ਨਾ, ਅਲੱਗ-ਅਲੱਗ ਲਾਈਨਸ ਬਣਦੀਆਂ ਹਨ। ਇੱਕ ਦਿਨ ਡਿਸਾਈਡ ਕੀਤਾ ਗਿਆ ਕਿ ਗਰਲਸ ਜਿਹੜੀਆਂ ਹੈ ਜੋ ਪਹਿਲਾਂ ਰਾਈਟ ਸਾਈਡ 'ਤੇ ਖੜ੍ਹਦੀਆਂ ਸੀਗੀਆਂ ਉਹਨਾਂ ਨੂੰ ਲੈਫਟ ਸਾਈਡ 'ਤੇ ਖੜ੍ਹਨਾ ਹੈ, ਅਤੇ ਬॉयज़ ਨੇ ਜਿਹੜੇ ਰਾਈਟ 'ਤੇ ਖੜ੍ਹਦੇ ਸੀ ਉਹਨਾਂ ਨੂੰ ਲੈਫਟ ਸਾਈਡ 'ਤੇ ਖੜ੍ਹਨਾ ਹੈ। ਤਾਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਮੈਂ ਗਰਲਸ ਅਤੇ ਬॉयज़ ਦੀਆਂ ਆਪਸ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਚੇਂਜ ਕਰਦੇ ਹਾਂ ਤਾਂ ਕੀ ਸਕੂਲ ਦੇ ਬੱਚਿਆਂ ਦੀ ਗਿਣਤੀ ਵਿੱਚ ਕੋਈ ਅੰਤਰ ਆਏਗਾ ਜਾਂ ਅਸੈਂਬਲੀ ਵਿੱਚ ਕੋਈ ਅੰਤਰ ਆਏਗਾ? ਬੱਚੇ ਤਾਂ ਉਨੇ ਹੀ ਰਹਿਣੇ ਨਾ। ਤਾਂ ਸਾਡੇ ਕੋਲ ਇਹ ਯੋਗਤਾ ਬਣ ਜਾਂਦੀ ਹੈ ਕਿ ਜੇ ਮੈਂ A ਦੀ ਥਾਂ 'ਤੇ B ਰੱਖ ਦੇਵਾਂ ਅਤੇ B ਦੀ ਥਾਂ 'ਤੇ A ਰੱਖ ਦੇਵਾਂ ਤਾਂ ਇਹ ਸਾਡੇ ਕੋਲ ਬਰਾਬਰ ਹੋਣਾ ਚਾਹੀਦਾ ਆ, ਇਕੁਅਲ ਹੋਣਾ ਚਾਹੀਦਾ ਆ। ਤਾਂ ਉਹਨੂੰ ਅਸੀਂ ਕਹਿੰਦੇ ਕ੍ਰਮ ਵਟਾਂਦਰਾ ਪ੍ਰੋਪਰਟੀ। ਜੇ ਇਸ ਪ੍ਰੋਪਰਟੀ ਨੂੰ ਤੇ ਪੂਰਾ ਉਤਰਦੀ ਆ, ਪਰਿਮੇਯ ਸੰਖਿਆ ਉਤਰਦਾ ਹੈ, ਤਾਂ ਆਪਾਂ ਕਹਾਂਗੇ ਕਮਿਊਟੇਟਿਵ ਪ੍ਰੋਪਰਟੀ ਲਈ ਇਹ ਯੋਗ ਹੈ, ਠੀਕ ਹੈ ਨਾ। ਜੋੜ ਦੇ ਲਈ ਯੋਗ ਹੈ, ਕ੍ਰਮ ਵਟਾਂਦਰਾ ਜੋੜ ਦੇ ਲਈ ਯੋਗ ਹੈ। ਅਸੀਂ ਹੁਣ ਪਰਿਮੇਯ ਸੰਖਿਆ ਕੋਈ ਲੈ ਲੈਂਦੇ ਹਾਂ 2/3 ਜਮਾ 3/2। ਹੁਣ ਮੈਂ ਜੇ ਇਹਨਾਂ ਦੀ ਪੋਜੀਸ਼ਨ ਚੇਂਜ ਕਰਦੇ ਹਾਂ, ਹੁਣ 3/2 ਮੈਂ ਜਿੱਥੇ ਆਪਸ ਦੇ ਵਿੱਚ ਇੰਟਰਚੇਂਜ ਕਰ ਦਿੰਦਾ ਮੈਂ ਇਹਨਾਂ ਦੀ ਪੋਜੀਸ਼ਨਸ ਨੂੰ, ਤਾਂ ਕੀ ਕੋਈ ਫਰਕ ਪੈਂਦਾ ਸਾਡੇ ਉੱਤਰ ਦੇ ਵਿੱਚ? ਇਹਨੂੰ ਹੱਲ ਕਰਕੇ ਦੇਖੀਏ। 3 ਤੇ 2 ਦਾ ਲਘੁੱਤਮ 6, 6 ਨੂੰ ਅਸੀਂ 3 ਨਾਲ ਭਾਗ ਕੀਤਾ 2, 2 ਨੂੰ 2 ਨਾਲ ਗੁਣਾ ਕੀਤਾ 4, 6 ਨੂੰ 2 ਨਾਲ ਭਾਗ ਕੀਤਾ 3, 3 ਨੂੰ 3 ਨਾਲ ਗੁਣਾ ਕੀਤਾ 9। ਇਸ ਤਰੀਕੇ ਨਾਲ ਇੱਥੇ ਵੀ ਲਘੁੱਤਮ 6 ਆ ਗਿਆ। ਹੁਣ 6 ਨੂੰ 2 ਨਾਲ ਭਾਗ ਕੀਤਾ 3, 3 ਨੂੰ 3 ਨਾਲ ਗੁਣਾ ਕੀਤਾ 9, ਤਾਂ 6 ਨੂੰ 3 ਨਾਲ ਭਾਗ ਕੀਤਾ 2, 2 ਨੂੰ 2 ਨਾਲ ਗੁਣਾ ਕੀਤਾ 4, ਆਪਣੇ ਕੋਲ ਆ ਗਿਆ 13/6, ਅਤੇ ਇੱਥੇ ਵੀ 13/6। ਤਾਂ ਅਸੀਂ ਦੇਖਦੇ ਹਾਂ ਕਿ ਪਰਿਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਕ੍ਰਮ ਵਟਾਂਦਰਾ ਯੋਗ ਹੈ। ਜੋੜ, ਇਸ ਦਾ ਜੋੜ ਕ੍ਰਮ ਵਟਾਂਦਰਾ ਯੋਗ ਹੈ ਕਿਉਂਕਿ A ਜਮਾ B ਬਰਾਬਰ B ਜਮਾ A ਬਣਦਾ ਹੈ, ਠੀਕ ਹੈ। ਇਸ ਨੂੰ ਅਸੀਂ ਜੇ ਪਰਿਮੇਯ ਸੰਖਿਆ 'ਚ ਲਿਖਾਂਗੇ, ਇਹਨੂੰ ਆਪਾਂ ਲਿਖ ਸਕਦੇ ਹਾਂ A/B ਜਮਾ C/D ਇਜ਼ ਇਕੁਅਲ ਟੂ C/D ਜਮਾ A/B। ਤਾਂ ਕਮਿਊਟੇਟਿਵ ਪ੍ਰੋਪਰਟੀ ਜਿਹੜੀ ਹੈਗੀ ਹੈ ਇੱਥੇ ਫੁੱਲਫਿਲ ਹੁੰਦੀ ਪਈ ਹੈਗੀ ਹੈ, ਰਾਈਟ। ਅਸੀਂ ਕਹਿ ਸਕਦੇ ਹਾਂ ਕਿ ਪਰਿਮੇਯ ਸੰਖਿਆਵਾਂ ਜੋੜ ਕ੍ਰਮ ਵਟਾਂਦਰਾ ਯੋਗ ਹਨ। ਪਰਿਮੇਯ ਸੰਖਿਆਵਾਂ ਜੋੜ ਵਟਾਂਦਰਾ ਯੋਗ ਹਨ। ਹੁਣ ਅਸੀਂ ਸੈਕਿੰਡ ਪ੍ਰੋਪਰਟੀ ਚੱਲਦੇ ਹਾਂ।
ਅੱਛਾ, ਇਹ ਆਈ ਜਿਹੜੀ ਕਮਿਊਟੇਟਿਵ ਪ੍ਰੋਪਰਟੀ ਹੈ ਇਹਨੂੰ ਅਸੀਂ ਗੁਣਾ ਲਈ ਵੀ ਦੇਖ ਲਈਏ ਰੱਖ ਪਹਿਲਾਂ ਕਰਕੇ। ਇਹਦਾ ਦੂਸਰਾ ਭਾਗ A ਭਾਗ ਇਹਦਾ B ਭਾਗ ਆਪਾਂ ਗੁਣਾ ਲਈ ਵੀ ਇਹ ਯੋਗ ਹੈ ਕਿ ਨਹੀਂ, ਕਿ A ਗੁਣਾ B B ਗੁਣਾ A ਦੇ ਬਰਾਬਰ ਹੈ, ਜਾਂ ਆਪਾਂ ਕਹਿ ਲਈਏ ਕਿ ਵੀ A ਬਟਾ B ਗੁਣਾ C ਬਟਾ D C ਬਟਾ D ਗੁਣਾ A ਬਟਾ B ਦੇ ਬਰਾਬਰ ਹੈ। ਅਸੀਂ A ਬਟਾ B ਲੈ ਲੈਂਦੇ ਹਾਂ ਕੋਈ -5 ਬਟਾ 2 ਗੁਣਾ 3 ਬਟਾ 4, ਕੀ ਇਹ 3 ਬਟਾ 4 ਗੁਣਾ -5 ਬਟਾ 2 ਇਹ ਬਰਾਬਰ ਹਨ। ਸੋ -5 ਗੁਣਾ 3 ਮਾਈਨਸ ਦੇ 15, 2 ਗੁਣਾ 4 8, 3 ਗੁਣਾ -5 -15, 4 ਦੂਣੀ 8। ਤਾਂ ਅਸੀਂ ਦੇਖਦੇ ਪਏ ਹਾਂ ਕਿ ਪੜਤਾਲ ਦੇ ਵਿੱਚ ਕੀ ਸਾਹਮਣੇ ਆਇਆ ਕਿ ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਹੈ, ਮਤਲਬ A ਗੁਣਾ B ਬਰਾਬਰ ਹੈ B ਗੁਣਾ A ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਣਾ ਦੇ ਅੰਤਰਗਤ ਵੀ ਇਹ ਪਰਿਮੇਯ ਸੰਖਿਆਵਾਂ ਕ੍ਰਮ ਵਟਾਂਦਰਾ ਯੋਗ ਹਨ। ਹੁਣ ਅਸੀਂ ਗੱਲ ਕਰਦੇ ਹਾਂ ਕਿ ਘਟਾਓ ਲਈ। -2/3 ਅਸੀਂ ਇੱਕ ਸੰਖਿਆ ਲੈ ਲੈਂਦੇ ਹੈਗੇ ਹਾਂ, ਠੀਕ ਹੈ, ਤੇ ਇੱਕ ਹੋਰ ਸੰਖਿਆ ਲੈ ਲੈਂਦੇ ਹਾਂ ਅਸੀਂ -4/6। ਇਸ ਦਾ ਅਸੀਂ ਪੋਜੀਸ਼ਨ ਚੇਂਜ ਕਰ ਦਿੰਦੇ ਇਹਨਾਂ ਦੀ, ਇਹ 4/6 ਮਾਈਨਸ ਦੇ 2/3। ਹੁਣ ਆਪਾਂ ਕੀ ਦੇਖਦੇ ਹਾਂ, ਤੇ 3 ਤੇ 6 ਦਾ ਲਘੁੱਤਮ ਕੀ ਹੋਏਗਾ 6। 6 ਨੂੰ ਅਸੀਂ ਭਾਗ ਕੀਤਾ 3 ਦੇ ਨਾਲ, 2 ਆਇਆ, 2 ਗੁਣਾ -2 -4। ਹੁਣ 6 ਨੂੰ 6 ਨਾਲ ਭਾਗ ਕੀਤਾ 1 ਗੁਣਾ -4 -4, ਇਹ ਆਇਆ ਉੱਤਰ -8/6। ਤੇ ਇੱਥੇ ਕੀ ਆਉਂਦਾ ਆਪਣੇ ਕੋਲ, ਇੱਥੇ ਵੀ ਲਘੁੱਤਮ 6 ਨੂੰ 6 ਨਾਲ ਭਾਗ ਕੀਤਾ 4 ਮਾਈਨਸ, ਹੁਣ 6 ਨੂੰ 3 ਨਾਲ ਭਾਗ ਕੀਤਾ 2 ਗੁਣਾ -2 ਦੇ 4। ਇਹ ਆਪਣੇ ਕੋਲ 4 ਜਮਾ 4/6, ਇਹ ਆ ਗਿਆ 8/6 ਤੇ -8/6। ਇੱਕ ਵਾਰ ਚੈੱਕ ਕਰ ਲਈਏ ਅਸੀਂ, 6 ਤੇ 3 ਦਾ ਲਘੁੱਤਮ 6 ਨੂੰ 3 ਨਾਲ ਭਾਗ ਕੀਤਾ 2 ਗੁਣਾ -2 -4, 6 ਨੂੰ 6 ਨਾਲ ਭਾਗ ਕੀਤਾ 1 ਗੁਣਾ -4 -4। 6 ਇੱਥੇ ਲਘੁੱਤਮ ਆ ਗਿਆ, 6 ਨੂੰ ਭਾਗ ਕੀਤਾ 6 ਦੇ ਨਾਲ, 1 ਆਇਆ, 1 ਗੁਣਾ 4 4 ਮਾਈਨਸ 6 ਨੂੰ ਭਾਗ ਕੀਤਾ ਹੁਣ ਅਸੀਂ 3 ਦੇ ਨਾਲ, ਤੇ 2 ਗੁਣਾ -2 -4। ਆਪਾਂ ਦੇਖਿਆ ਕਿ 4 ਜਮਾ 4 8/6 ਹੋ ਗਿਆ, ਤੇ -4 -8/6। ਤਾਂ ਇਸ ਪ੍ਰਕਾਰ ਆਪਾਂ ਦੇਖਦੇ ਹਾਂ ਕਿ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਬਰਾਬਰ ਨਹੀਂ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਘਟਾਓ ਦੇ ਅੰਤਰਗਤ ਇਹ ਕ੍ਰਮ ਵਟਾਂਦਰਾ ਯੋਗ ਨਹੀਂ ਹੈ, ਕ੍ਰਮ ਵਟਾਂਦਰਾ ਯੋਗ ਨਹੀਂ ਹੈ। ਘਟਾਓ ਲਈ ਪਰਿਮੇਯ ਸੰਖਿਆਵਾਂ ਕ੍ਰਮ ਵਟਾਂਦਰਾ ਯੋਗ ਨਹੀਂ ਹਨ, ਕ੍ਰਮ ਵਟਾਂਦਰਾ ਯੋਗ ਨਹੀਂ ਹਨ। ਬੇਟਾ ਦੇਖੋ, ਇਹ ਪ੍ਰੋਪਰਟੀਜ਼ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਪ੍ਰੋਪਰਟੀਜ਼ ਦੇ ਨਾਲ ਤੁਸੀਂ ਜਾਣੂ ਹੋਵੋਗੇ ਪੂਰੀ ਤਰੀਕੇ ਨਾਲ, ਤੁਸੀਂ ਉਸ ਨੂੰ ਅੰਡਰਸਟੈਂਡ ਕਰ ਲੈਂਦੇ ਆ, ਫਿਰ ਹੀ ਸਾਨੂੰ ਅੱਗੇ ਸਵਾਲ ਸੋਲਵ ਕਰਨ ਦੇ ਵਿੱਚ ਇਹ ਈਜ਼ੀ ਹੋਏਗਾ। ਕਿਉਂਕਿ ਦੇਖੋ ਅਗਲਾ ਜਿਹੜਾ ਐਕਸਰਸਾਈਜ਼ ਹੋਏਗੀ ਉਹਦੇ 'ਚ ਪਹਿਲਾ ਪ੍ਰਸ਼ਨ ਤੁਹਾਡਾ ਇਹ ਆ ਕਿ ਵੀ ਕਿਹੜੀ ਪ੍ਰੋਪਰਟੀ ਦੇ ਨਾਲ ਤੁਸੀਂ ਇਸ ਨੂੰ ਹੱਲ ਕੀਤਾ ਆ, ਕਿਹੜੀ ਪ੍ਰੋਪਰਟੀ ਲਗਾਈ ਹੈ, ਕਿਸ ਸਟੈਪ 'ਤੇ ਕਿਹੜੀ ਪ੍ਰੋਪਰਟੀ ਲਗਾਉਣੀ ਹੈ, ਉਹ ਆਪਾਂ ਸਾਨੂੰ ਦੱਸਣੀ ਪੈਣੀ ਹੈ। ਜੇ ਆਪਾਂ ਨੇ ਪ੍ਰੋਪਰਟੀ ਚੰਗੀ ਤਰੀਕੇ ਦੇ ਨਾਲ ਕੀਤੀਆਂ ਹੋਣਗੀਆਂ ਤਾਂ ਹੀ ਅਸੀਂ ਸਵਾਲ ਹੱਲ ਕਰ ਸਕਾਂਗੇ ਨੰਬਰੀ ਦੇ, ਠੀਕ ਹੈ। ਹੁਣ ਘਟਾਓ ਤੋਂ ਬਾਅਦ ਅਸੀਂ ਭਾਗ ਦੀ ਗੱਲ ਕਰਦੇ ਹਾਂ ਕਿ ਭਾਗ ਦੇ ਅੰਤਰਗਤ ਵੀ ਇਹ ਬੰਦ ਹੈ ਜਾਂ ਨਹੀਂ। ਅਸੀਂ -3/4 ਲੈਂਦੇ ਹਾਂ ਭਾਗ 2/7, ਇਹ ਆਪਣੇ ਕੋਲ ਆ ਜਾਏਗਾ, ਤੇ ਇਸ ਨੂੰ ਆਪਾਂ 2/7 ਭਾਗ -3/4, ਇਹ ਆਪਣੇ ਕੋਲ ਆ ਗਿਆ -3/4 ਗੁਣਾ 7/2, ਤੇ ਆ ਗਿਆ ਆਪਣੇ ਕੋਲ 2/7 ਗੁਣਾ 4/-3। ਅਸੀਂ ਕੀ ਦੇਖਦੇ ਹਾਂ -21/8, ਤੇ ਇੱਥੇ ਕਿੰਨਾ ਉੱਤਰ ਆਉਂਦਾ ਆਪਣੇ ਕੋਲ 8/-21
ਜਾਂ ਫਿਰ ਇਸ ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ -8/21। ਤਾਂ ਆਪਾਂ ਦੇਖਦੇ ਹਾਂ ਕਿ ਪੜਤਾਲ ਦੇ ਵਿੱਚ ਦੋਨਾਂ ਦੇ ਉੱਤਰ ਵੱਖਰੇ ਵੱਖਰੇ ਨੇ, ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਬਰਾਬਰ ਨਹੀਂ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਗ ਦੇ ਲਈ ਪਰਿਮੇਯ ਸੰਖਿਆਵਾਂ ਵਟਾਂਦਰਾਯੋਗ ਨਹੀਂ ਹਨ, ਕ੍ਰਮ ਵਟਾਂਦਰਾਯੋਗ ਨਹੀਂ ਹੈ। ਠੀਕ ਹੈ, ਭਾਗ ਦੇ ਅੰਤਰਗਤ ਅਸੀਂ ਇਹਨਾਂ ਦਾ ਕ੍ਰਮ ਵਟਾਂਦਰਾ ਨਹੀਂ ਕਰ ਸਕਦੇ। ਭਾਗ ਦੇ ਅੰਤਰਗਤ ਅਸੀਂ ਇਹਨਾਂ ਦਾ ਕ੍ਰਮ ਵਟਾਂਦਰਾ ਨਹੀਂ ਕਰ ਸਕਦੇ। ਤੇ ਇਹ ਤਾਂ ਹੋ ਗਈ